वाहिगुरु जी का खालसा वाहिगुरु जी की फतेह। ਵਾਹਿਗੁਰੂ। ਗੁਰਮੁਖ ਪਿਆਰਿਓ, ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ, ਉਮੀਦ ਕਰਦੇ ਹਾਂ। ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਮਹਾਰਾਜ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ਮਹਾਰਾਜ ਸਾਨੂੰ ਸਾਰਿਆਂ ਨੂੰ ਨਾਮਦਾਨ ਬਖਸ਼ਣ, ਆਪਣੇ ਲੜ ਲਾਈ ਰੱਖਣ। ਵਾਹਿਗੁਰੂ ਜੀ। ਬਹੁਤ ਸਾਰੇ ਮੈਸੇजेस ਆਏ ਕਿ ਵੀਡੀਓਜ਼ ਦੇ ਰਾਹੀਂ, ਜਿੱਦਾਂ ਅਸੀਂ ਦੇਖਦੇ ਹਾਂ YouTube ਦੇ ਉੱਤੇ ਬੜੀਆਂ ਵੀਡੀਓਜ਼ ਨੇ ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਉਹ ਅਵਤਾਰ ਕੋਈ ਅਵਤਾਰ ਭਗਵਾਨ, ਰੱਬ, ਪਰਮਾਤਮਾ ਕਿਹਾ ਗਿਆ ਜਿੱਥੇ ਉਹਨਾਂ ਨੂੰ, ਤੇ ਉਹ ਕਹਿੰਦੇ ਕਿ ਇਹਦੇ ਬਾਰੇ ਤੁਸੀਂ ਦੱਸ ਸਕਦੇ ਹੋ ਕਿ ਗੁਰੂ ਸਾਹਿਬ ਜੀ ਕੀ ਕਹਿੰਦੇ ਆ ਕਿ ਰੱਬ ਇੱਕ ਹੀ ਹੈ, ਉਹ ਅਕਾਲ ਪੁਰਖ ਹੀ ਹੈ, ਜਾਂ ਕਿੱਦਾਂ ਕਿਹਾ ਜਾ ਸਕਦਾ ਅਵਤਾਰਾਂ ਨੂੰ, ਕਿੱਦਾਂ ਰੱਬ ਕਹਿ ਸਕਦੇ ਆ ਕਿ ਨਹੀਂ ਕਹਿ ਸਕਦੇ। ਆਪਾਂ ਵਾਹਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜੋ ਮਹਾਰਾਜ ਨੇ ਸਾਨੂੰ ਸਮਝਾਇਆ ਉਹ ਵਿਚਾਰਦੇ ਹਾਂ। ਭੈਰਵ ਮਹੱਲਾ ਪੰਜਵਾਂ, ਘਰ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਗਲੀ ਥਿਤ ਪਾਸ ਡਾਰ ਰਾਖੀ, ਅਸ਼ਟਮ ਥਿਤ ਗੋਵਿੰਦ ਜਨਮਾਸੀ। ਵਾਹਿਗੁਰੂ ਜੀ ਤੁਸੀਂ ਅਰਥ ਕਰ ਦਿਓ ਜੀ। सब तिथियों, पूर्णिमा, एकादशी इत्यादि को लोगों ने दरकिनार कर दिया और अष्टमी तिथि को श्री कृष्ण जन्माष्टमी पर ईश्वर का जन्म मानने लग गए। परम भूले नर करत कचरायन, जन्म मरण ते रहत नारायण रहाओ। भरम में भूले हुए ऐसे लोग निरर्थक बातें ही करते हैं और उन्हें यह ज्ञान नहीं कि ईश्वर तो जन्म मरण से रहित है। रहाओ। सत बचन वाहिगुरू जी। ਜਿਹੜਾ ਭਰਮ 'ਚ ਪੈ ਗਏ ਹੈ ਨਾ, ਕਿ ਇੱਦਾਂ ਦੀਆਂ ਗੱਲਾਂ ਕਰਨ ਲੱਗ ਗਏ ਕਿ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਇੰਨਾ ਗਿਆਨ ਹੀ ਨਹੀਂ ਉਹਨਾਂ ਕੋਲ, ਜਾਂ ਉਹਨਾਂ ਨੇ ਕਦੀ ਗਿਆਨ ਵੱਲ ਧਿਆਨ ਦਿੱਤਾ ਹੀ ਨਹੀਂ ਕਿ ਮਹਾਰਾਜ ਨੇ ਕੀ ਸਮਝਾਇਆ ਕਿ ਜਿਹੜਾ ਈਸ਼ਵਰ ਹੈ, ਰੱਬ ਹੈ, ਉਹ ਤਾਂ ਜਨਮ ਮਰਨ ਤੋਂ ਰਹਿਤ ਹੈ। ਤੇ ਜਿਹੜੇ ਵੀ ਅਵਤਾਰ ਕੋਈ ਆਉਂਦੇ ਹੈ ਉਹ ਕਾਲ ਦੇ ਦਾਇਰੇ 'ਚ ਆ ਕੇ ਸਰੀਰਿਕ ਰੂਪ ਲੈ ਕੇ ਆਏ, ਤੇ ਐਂਡ ਤਾਂ ਉਹਨਾਂ ਨੇ ਵੀ ਜਾਣਾ ਹੀ ਸੀ, ਪਰ ਜਿਹੜਾ ਕਾਲ ਪੁਰਖ ਤਾਂ ਸਥਿਰ ਹੈ। ਕਰ ਪੰਜੀਰ ਖਵਾਇਓ ਚੋਰ, ਉਹ ਜਨਮ ਨਾ ਮਰੇ ਰੇ ਸਾਕਤ ਡੋਰ। जन्माष्टमी के पर्व पर लोग पंजीरी बनाकर कृष्ण की मूर्ति को भोग लगा देते हैं। अरे मायावी पशु, परमेश्वर तो अमर है, वह ना ही जन्म लेता है और ना ही मरता है। सगल पराध दे लोरोनी, सो मुख जलो जित कहे ठाकुर जोनी। लोरियां देते हो, यह सब अपराध का कारण है। वह मुंह जल जाना चाहिए जो कहता है कि ठाकुर जी का जन्म होता है। जन्म न मरे न आवे न जाए, नानक का प्रभ रहो समाए। हे जीवो, वह जन्मता मरता नहीं और ना आता है ना जाता है। नानक का मत है कि प्रभु सब में व्यापत है। सत बचन वाहिगुरू जी। ਹੁਣ ਵਾਹਿਗੁਰੂ ਜੀ ਜੋ ਗੁਰਮੁਖਾਂ ਨੇ ਇਹ ਸਵਾਲ ਸੀਗਾ ਕਿ ਮਹਾਰਾਜ ਇਹਦੇ ਬਾਰੇ ਕੀ ਸਮਝਾਉਂਦੇ ਨੇ, ਹੁਣ ਤੁਸੀਂ ਉਹ ਵਿਚਾਰ ਜਿਹੜਾ ਸਾਂਝਾ ਕਰਨਾ ਸੀ ਪਹਿਲਾਂ ਤੁਸੀਂ ਕਰ ਲਓ। ਵਾਹਿਗੁਰੂ ਜੀ, ਮੈਂ ਇਹ ਵਿਚਾਰ ਕਰਨਾ ਚਾਹ ਰਹੀ ਸੀ ਕਿ ਜਿਹੜੇ ਸੱਚਵੇਂ ਦਸਮ ਦਵਾਰ ਨੂੰ ਢੂੰਡ ਕੇ ਆਪਣੇ ਖਸਮ ਕੋਲ ਚਲੇ ਵੀ ਗਏ, ਜੋ ਸਮਝੋ ਵਾਹਿਗੁਰੂ ਜੀ, ਜਿਹੜੇ ਉਹਦੇ ਮਤਲਬ ਉਹਦੇ ਵਿੱਚ ਲੀਨ ਹੋ ਗਏ ਜੀ, ਮਤਲਬ ਪ੍ਰਕਾਸ਼ ਰੂਪ ਹੀ ਹੋ ਗਏ ਉਹ ਖੁਦ ਵੀ। ਉਹਨਾਂ ਦੀ ਤਾਂ ਕੋਈ ਮਤਲਬ ਗੱਲ ਵੀ ਨਹੀਂ ਕਰਦਾ, ਜਿਹੜੇ ਕਿ ਵਾਹਿਗੁਰੂ ਜੀ ਹੋ ਗਏ ਭਗਤ ਨਾਮਦੇਵ ਜੀ, ਠੀਕ ਹੈ, अपना कबीर जी हो गए, त्रिलोचन जी हो गए, जिन्होंने सच में उसे पाया है। और क्योंकि वाहिगुरु जी ओ मूर्ति पूजक भी नहीं सी, बिल्कुल मूर्ति पूजक बिल्कुल भी नहीं सी, वो मूर्तियों को नहीं पूजते सी। ते वही वाली गल आगे वाहिगुरु जी ताही गुरु साहिब जी सानू समझा रहे, जिसको तुम भगवान समझ के बैठे हो वो तो जन्म भी नहीं लेता, ना वो मरने में आता, वो जन्म में नहीं आता। ठीक है वाहिगुरु जी। फिर गुरु साहिब जी ने ए भी क्या है कि सब में ही वो व्यापत है, फिर सबको ही पूजो वाहिगुरु जी,
सबको ही पूजो, फिर एक पर्टिकुलर एक किस हाँ क्यों जी। किसी एक चीज को चूज करके उसको ही पूजना। वाਹਿਗੁਰੂ जी एक और चीज मैं यहाँ कहना चाहूँगी, वाਹਿਗੁਰੂ जी ਸਾਡੇ ਪਿਤਾ ਜੀ, ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਬਚਿੱਤਰ ਨਾਟਕ ਵਿੱਚ ਕਹਿ ਕੇ ਵੀ ਗਏ ਆ ਸਭ ਨੂੰ ਕਿ ਮੈਂ ਹੂੰ परम पुरख को दासा, देखन आयो जगत तमाशा, हमको परमेश्वर उचर है ते सब नरक कुंड में पर है। ਸਤ ਬਚਨ ਪਿਤਾ ਜੀ ਵਾਹਿਗੁਰੂ ਜੀ ਸਾਡੇ ਪਿਤਾ ਜੀ ਸਾਫ਼ ਹੀ ਕਹਿ ਕੇ ਗਏ ਸੀ ਕਿ ਮੈਂ उस पुरख उस एक ਦਾ जो अकाल पुरख है उसका दास हूँ, ठीक है, और जगत में आया हूँ, उसके हुक्म विच आया हूँ, तो तमाशा देखन आया हूँ। और जो संत का धर्म जो कहते हैं ना संत खालसा, उसका धर्म खालसा प्रगट खालसा करन प्रगट करन जो हुक्म आया वो करन आया हूँ वाहिगुरु जी। जो मेरे को परमेश्वर समझ के पूजन लग जाएंगे ना, वो भगवान थे, वो थे, तो वाहिगुरु जी वो कह रहे हो सब वो ते सब नरक कुंड में पर है, और नरक में ही जाएंगे वाहिगुरु बचन वाहिगुरु जी। तो जी। साडे पिता जी ने अपने साथ नहीं जोड़ा। ਵਾਹਿਗੁਰੂ ਜੀ ਇੱਥੇ ਇੱਕ ਗੱਲ ਹੋਰ ਦੇਖੋ ਕਿੱਡੀ ਸਾਫ਼ ਸਪਸ਼ਟ ਹੈ ਕਿ ਮੈਂ ਕੁਝ ਕਵਾਂ ਕੋਈ ਕੁਝ ਕਵੇ, ਉਹਦੇ ਨਾਲੋਂ ਸਾਨੂੰ ਕਰਨਾ ਕੀ ਚਾਹੀਦਾ ਹੈ? ਸਾਨੂੰ ਗੁਰਬਾਣੀ ਦੀ ਕਸਵੱਟੀ ਤੇ ਸਮਝਣਾ ਚਾਹੀਦਾ ਹੈ ਕਿ ਮਹਾਰਾਜ ਕੀ ਕਹਿੰਦੇ ਨੇ। ਸਤ ਬਚਨ। ਅਸੀਂ ਇਹ ਕਿਉਂ ਦੇਖੀਏ ਕਿ ਮੈਂ ਕੀ ਕਹਿਣਾ ਉਹ ਕੀ ਕਹਿੰਦਾ ਹੈ? ਸਾਡੀ ਸੋਚ ਤਾਂ ਕੁਝ ਵੀ ਹੋ ਸਕਦੀ ਹੈ ਤੇ ਜ਼ਰੂਰੀ ਤਾਂ ਨਹੀਂ ਕਿ ਸਾਰੇ ਠੀਕ ਹੋਣਗੇ, ਪਰ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ? ਆਪਾਂ ਨੂੰ ਵੀਡੀਓਜ਼ ਕੋਈ ਦੇਖੋ ਵਾਹਿਗੁਰੂ ਜੀ ਕੁਝ ਕਹਿ ਦਿੰਦਾ, ਕੋਈ ਕੁਝ ਕਹਿ ਦਿੰਦਾ, ਤਾਂ ਕੀ ਹੁੰਦਾ ਉਹ ਬੜੀ ਹੈਰਾਨੀ ਵਾਲੀ ਗੱਲ ਹੁੰਦੀ ਜਿੱਥੇ ਸੰਗਤ ਕਨਫਿਊਜ਼ ਹੋ ਜਾਂਦੀ। ਪਰ ਸੰਗਤ ਨੂੰ ਕਨਫਿਊਜ਼ ਤਾਂ ਹੋਣਾ ਹੀ ਨਹੀਂ ਚਾਹੀਦਾ। ਗੁਰੂ ਗ੍ਰੰਥ ਸਾਹਿਬ ਜੀ ਇਕੱਲੇ ਸਾਡੇ ਕੋਲ ਜਾਂ ਕਿਸੇ ਕੋਲ ਥੋੜੀ ਹੈ, ਉਹ ਤਾਂ ਉਹਨਾਂ ਕੋਲ ਵੀ ਹੈ, ਤਾਂ ਉਹਨਾਂ ਨੂੰ ਵੀ ਵਿਚਾਰਨਾ ਚਾਹੀਦਾ ਤਾਂ ਕਿ ਸਾਨੂੰ ਸਾਰਿਆਂ ਨੂੰ ਹੀ ਗਿਆਨ ਮਿਲੇ। ਤੇ ਹੁਣ ਹੁੰਦਾ ਕਿ ਵਾਹਿਗੁਰੂ ਜੀ ਅੱਜ ਐਸਾ ਸਮਾਂ ਚੱਲ ਰਿਹਾ, ਜੇ ਤੁਸੀਂ ਗੁਰਬਾਣੀ ਨੂੰ ਵਿਚਾਰ ਕੇ ਵੀ ਜਵਾਬ ਕਿਸੇ ਗੱਲ ਦਾ ਦੇ ਰਹੇ ਹੋ ਨਾ, ਤਾਂ ਉਹਨੂੰ ਵੀ ਗਲਤ ਕਹਿਣ ਵਾਲੇ ਬੈਠੇ ਹੈ ਕਿ ਇਹ ਤੁਸੀਂ ਕਿੱਦਾਂ ਕਹਿਤਾ। ਆਪਾਂ ਤਾਂ ਕਹਿ ਹੀ ਨਹੀਂ, ਗੁਰਬਾਣੀ ਅਨੁਸਾਰ ਹੀ ਹੈ ਵਾਹਿਗੁਰੂ ਜੀ। ਉਹ ਇਹ ਭੁੱਲ ਜਾਂਦੇ ਆ ਤੁਸੀਂ ਸਾਨੂੰ ਜਾਂ ਸਾਡੇ ਵਰਗੇ ਕਿਸੇ ਨੂੰ ਨੀਵਾ ਦਿਖਾਉਣ ਦੇ ਚੱਕਰ 'ਚ ਇਨਡਾਇਰੈਕਟਲੀ ਤਾਂ ਤੁਸੀਂ ਗੁਰੂ ਸਾਹਿਬ ਤੇ ਸਵਾਲ ਖੜਾ ਕਰਤਾ, ਕਿਉਂਕਿ ਇੱਥੇ ਸਾਡੀ ਬੁੱਧੀ ਤਾਂ ਕੰਮ ਹੀ ਨਹੀਂ ਕਰ ਰਹੀ। ਸਤ ਬਚਨ। ਇੱਥੇ ਤਾਂ ਗੁਰੂ ਸਾਹਿਬ ਜੀ ਨੂੰ ਆਪਾਂ ਪੁੱਛ ਰਹੇ ਹਾਂ, ਗੁਰੂ ਸਾਹਿਬ ਜੀ ਸਾਨੂੰ ਦੱਸ ਰਹੇ ਨੇ, ਉਹ ਆਪਾਂ ਵਿਚਾਰ ਰਹੇ ਹਾਂ। ਗੱਲ ਤਾਂ ਇੰਨੀ ਕੀ ਹੈ, ਬੜੀ ਸਿੰਪਲ ਜੀ ਸਪਸ਼ਟ ਗੱਲ ਹੈ। ਇੱਥੇ ਵਾਹਿਗੁਰੂ ਜੀ ਹੁਣ ਜਿਵੇਂ ਅਸੀਂ ਪੰਕਤੀ ਪੜ੍ਹੀ, ਪੰਕਤੀ ਪੜ੍ਹ ਕੇ ਆਪਾਂ ਉਹਨੂੰ ਵਿਚਾਰਿਆ ਕਿ ਮਹਾਰਾਜ ਇੱਥੇ ਕੀ ਕਹਿ ਰਹੇ ਆ। ਹੁਣ ਇੱਥੇ ਸਾਡੀ ਸੋਚ ਤਾਂ ਕਿਤੇ ਹੈ ਹੀ ਨਹੀਂ ਕਿ ਆਪਾਂ ਕੀ ਕਹਿੰਦੇ ਆ, ਤੇ ਅਸੀਂ ਕਹਿਣ ਜੋਗੇ ਹੁੰਦੇ ਵੀ ਕੌਣ ਆ ਵਾਹਿਗੁਰੂ ਜੀ। ਤੇ ਦੇਖੋ ਐਸੇ ਵੀ ਬੈਠੇ ਹੈ ਜਿਨ੍ਹਾਂ ਨੇ ਸਾਨੂੰ ਅਗਰ ਨੀਵਾ ਦਿਖਾਣਾ ਹੈ ਤਾਂ ਉਹਨਾਂ ਨੇ ਮਹਾਰਾਜ ਦੇ ਗੱਲ ਦੇ ਉੱਤੇ ਇੱਕ ਤਰ੍ਹਾਂ ਇੰਡਾਇਰੈਕਟਲੀ ਸਵਾਲ ਚੱਕਦੇ ਨੇ, ਗਲਤ ਸਾਨੂੰ ਦਿਖਾਣਾ ਹੈ। ਪਰ ਉਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਤੁਸੀਂ ਸਾਨੂੰ ਨਹੀਂ ਕਹਿ ਰਹੇ, ਸਾਡੀ ਤਾਂ ਉੱਥੇ ਗੱਲ ही नहीं हुई। वही वाली बात है वाहिगुरु जी, वो सिर्फ वही वाली है कि उनके जितनी वाहिगुरु जी जितनी पिताजी ने जिसको स्मक्त बख्शी है ना, वो उसके अकॉर्डिंग ही सोचूगा, उसके अकॉर्डिंग ही लिखूगा और बोलूगा वाहिगुरु जी। जिवें कि गुरु साहिब जी तो कह ही रहे हैं कि उसी की बनाई सृष्टि है, ठीक है, कोई ऐसी कोई चीज ही नहीं है जिसमें उस प्रभु की जोत ना हो, ठीक है वाहिगुरु जी। जैसे महाराज भी यही सब में ही हरि की जोत है, ठीक है, तो हमें सबको एक जैसा ही मतलब देखना चाहिए वाहिगुरु जी। अगर तुम्हारे को मतलब एक तुमने एक पर्टिकुलर चीज को ही पूजने लग गए है ना वाहिगुरु जी, बट इंसान को आप रिस्पेक्ट नहीं दे रहे, तो उसका तो कोई फायदा नहीं है। महाराज ਦਾ फरमान है, वाहिगुरु ए विश्व संसार तुम देख दे, ए हर का रूप है, हर रूप नदरी आया। सत बचन जी, महाराज ਦਾ फरमान ही है कि जो भी तुसी देख रहे हो, चाहे वो कोई इंसान है चाहे कुछ है, हर च तो वही है। सत बचन वाहिगुरु जी। ते पूरा संसार ही वही है। सिर्फ एक पर्टिकुलर एक किसी एक चीज को कह देना नहीं यही है जी, यही है भगवान या यही है प्रभु और कोई है ही नहीं। तो वाहिगुरु जी मैं तो एक चीज कहूंगी, जेड़े सच में सी, जेड़े उसमें समा गए सी, ਉਹਨਾਂ ਨੂੰ ਤਾਂ ਕੋਈ ਪੁੱਛ ਹੀ ਨਹੀਂ ਰਿਹਾ ਵਾਹਿਗੁਰੂ ਜੀ। ਜੀ 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 ਇਦਾਂ ਹੀ ਹੈ, ਇਹ ਖੇਡ ਹੈ, ਹੁਕਮ ਜੀ ਹੈ ਵਾਹਿਗੁਰੂ ਜੀ। ਜਿਹੜੇ ਮਨਮੁਖ ਹੈ ਉਹ ਨਹੀਂ ਸਮਝ ਪਾਉਂਦੇ ਨਾ ਕਿ ਅਸਲ 'ਚ ਵਾਹਿਗੁਰੂ ਜੀ ਆਪਾਂ ਇਹ ਤਾਂ ਬਹੁਤ ਡੂੰਗੀ ਗੱਲ ਕਰਤੀ ਤੁਸੀਂ। ਜਿਹੜੇ ਗੁਰਮੁਖ ਹੁੰਦੇ ਆ ਨਾ ਉਹਨਾਂ ਨੂੰ ਸਮਝਣਾ ਬਹੁਤ ਔਖਾ, ਸਤ ਬਚਨ, ਕਿਉਂਕਿ ਉਹਨਾਂ ਦੀਆਂ ਅੱਖਾਂ ਤੋਂ ਉਹ ਜੋ ਦੇਖ ਰਹੇ ਹੈ ਕਿ ਸੰਸਾਰ 'ਚ ਚੱਲ ਕੀ ਰਿਹਾ ਹੁੰਦਾ, ਸਤ ਬਚਨ, ਖੇਡ ਚੱਲ ਕੀ ਰਹੀ ਹੈ, ਕਾਲ ਕਿੱਦਾਂ ਖਿਡਾ ਰਿਹਾ ਆਪਣੇ ਹੱਥਾਂ ਦੇ ਉੱਤੇ ਨਾ, ਸਾਰਿਆਂ ਨੂੰ ਨਚਾ ਰਿਹਾ ਵਾਹਿਗੁਰੂ ਜੀ। ਸਤ ਬਚਨ ਸਤ। ਕਿਸੇ 'ਚ ਕੋਈ ਹੰਕਾਰ ਹੈ, ਕਿਸੇ 'ਚ ਕਿਸੇ ਗੱਲ ਦਾ ਹੰਕਾਰ ਹੈ, ਕੋਈ ਆਪਣੇ ਆਪ ਨੂੰ ਬਹੁਤ ਸਿਆਣਾ ਸਮਝੀ ਬੈਠਾ ਹੈ, ਤੇ ਕੋਈ ਕਿਸੇ ਨੂੰ ਜਿਵੇਂ ਕਹਿ ਲਓ ਈਰਖਾ, ਕ੍ਰੋਧ,
देख भाई के ईर्खा पांच करी भूतों पे नहीं। कंट्रोल ही नहीं वाहिगुरु, वही वाली बात है वाहिगुरु जी, जिसकी जैसी अवस्था होगी। मानो अब आप जी की कोई, मानो कोई अवस्था, एक ऐसी अवस्था है, मेरी उस अवस्था तक मैं नहीं हूँ, तो मैं जितनी मेरी सोच पिताजी ने रखी होगी मैं उतना ही सोच पाऊंगी। बिल्कुल जेड़ा तुसी बात कर रहे होगे वो मैं समझ ही नहीं जी, पाऊंगी बिल्कुल वाहिगुरु वाहिगुरु जी। जी, तो बिल्कुल फिर वो दूत क्या करते हैं, वो फर्क ला देते हैं, ताई फिर वो बहस हो जाती है, जी, फिर वो उसके मन में गलत आ जाता है कि ये तो गलत बोल रहा है बिल्कुल वाहिगुरु जी। बिल्कुल बिल्कुल वाहिगुरु जी, इतना ही है ना वाहिगुरु जी। जी। और यहाँ तो वाहिगुरु जी आपा अपनी तरफ से तो कोई कह ही नहीं रहे हैं, जी आपा तो गल ही गुरु साहिब जी दी कर रहे हैं कि गुरु साहिब जी ने साडे की कहा की है। किहा है, और बिल्कुल ये गुरु वाहिगुरु जी। ग्रंथ साहिब जी ਵਿੱਚ ਦਰਜ ਹੈਗਾ ਜੀ ਵਾਹਿਗੁਰੂ ਜੀ। ਠੀਕ ਹੈ ਵਾਹਿਗੁਰੂ ਜੀ, ਅਗਲੀ ਵੀਡੀਓ ਦੇ ਵਿੱਚ ਫਿਰ ਕੁਝ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ। ਇਹ ਜੋ ਗੁਰਮੁਖਾਂ ਦਾ ਸਵਾਲ ਸੀਗਾ ਤੇ ਉਹਦਾ ਜੋ ਵੀ ਆਪਾਂ ਗੁਰਬਾਣੀ ਦੇ ਆਧਾਰ ਤੇ ਗੱਲਬਾਤ ਕੀਤੀ ਹੈ, ਵਾਹਿਗੁਰੂ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਆਪ ਬਾਣੀ ਨੂੰ ਵਿਚਾਰੋਗੇ, ਆਪ ਸਮਝੋ, ਤੇ ਹਰ ਗੱਲ ਦਾ ਜਿਹੜਾ ਜਵਾਬ ਹੈ ਮਹਾਰਾਜ ਨੇ ਸਾਨੂੰ ਦਿੱਤਾ ਹੋਇਆ ਹੈ। ਸਤ ਬਚਨ, ਬਸ ਗੱਲ ਇੰਨੀ ਕਿ ਅਸੀਂ ਖੋਜਦੇ ਨਹੀਂ। ਸਤ ਬਚਨ। ਆਓ ਗੁਰਮੁਖ ਪਿਆਰਿਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।